मैं खुद मेरे फादर साहब सरदार अजमेर सिंह जी ही डाइड बिकॉज ऑफ करप्ट ऑफिसर्स ਤੇ ਮੇਰੇ ਕੋਲ ਰਿਕਾਰਡ ਪਿਆ ਕਿ ਮੈਂ ਉਹ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਵਿੱਚ ਉਹ ਅਫਸਰਾਂ ਨਾਲ ਕਿੰਨੀ ਮੁਸ਼ੱਕਤ ਨਾਲ ਜਾ ਕੇ ਇਨਸਾਫ ਲਿਆ ਉਹਨਾਂ ਦੀ ਡੈਥ ਤੋਂ ਬਾਅਦ ਵੀ। ਇੱਕ ਅਫਸਰ ਨੇ ਜਾਲੀ ਅਕਾਊਂਟ ਬਣਾ ਕੇ ਤੇ ਮੇਰੇ ਫਾਦਰ ਸਾਹਿਬ ਦੀ ਮਿਹਨਤ ਦਾ ਚੈੱਕ ਉਹਨਾਂ ਦੀ ਡੈਥ ਤੋਂ ਬਾਅਦ ਵੀ ਕਢਾ ਕੇ ਖਾ ਲਿਆ। ਸੋ ਅਸੀਂ ਉਸ ਲੈਵਲ ਤੱਕ ਕਰਪਸ਼ਨ ਦੇਖੀ ਹੈ। ਪ੍ਰਮਾਤਮਾ ਕਰੇ ਕਿ 9501 200 200 ਕਾਰਗਰ ਸਾਬਤ ਹੋਵੇ। ਭਗਵੰਤ ਮਾਨ ਸਾਹਿਬ ਕਹਿੰਦੇ ਆ ਨਾ, ਸਭ ਤੋਂ ਪਹਿਲਾਂ ਇੰਪਲੋਇਮੈਂਟ ਮੇਰਾ ਟੀਚਾ ਹੋਏਗਾ। ਉਹ ਰੁਜ਼ਗਾਰ ਪੰਜਾਬ ਦੇ ਪੁੱਤਾਂ ਨੂੰ ਕਿਉਂ ਨਹੀਂ ਦਿੱਤਾ ਜਿਹੜੇ ਅਣਖੀ ਰੈਵੋਲੂਸ਼ਨਰੀ ਚੰਗੇ ਬੁਲਾਰੇ ਪੰਜਾਬ ਦੇ ਹਰ ਮੁੱਦੇ ਕਿਸਾਨੀ ਨੌਜਵਾਨੀ ਜਿਨ੍ਹਾਂ ਨੇ ਪੀੜ ਹੰਢਾਈ ਹੈ। ਜੇ ਪੰਜਾਬ ਦੇ ਉਹ ਅਣਖੀ 5 ਪੁੱਤਾਂ ਨੂੰ ਰੁਜ਼ਗਾਰ ਲੱਗ ਜਾਂਦਾ, ਰਾਜ ਸਭਾ ਦੀ ਤਨਖਾਹ ਲੱਗ ਜਾਂਦੀ, ਤੇ ਕੀ ਪੁੰਨ ਨਾ ਖੱਟਦੇ ਸਾਡੇ ਮੁੱਖ ਮੰਤਰੀ ਸਾਹਿਬ। 23 ਮਾਰਚ ਵਾਲੇ ਦਿਨ 3 ਯੋਧਿਆਂ ਨੂੰ ਹੋਈ ਸੀ ਫਾਂਸੀ ਤੇ 2 ਨੂੰ ਇਸ ਲਈ ਨਹੀਂ ਇਹਨਾਂ ਨੇ ਬੁੱਤ ਲਾਉਣਾ ਜਾਂ ਉਹਨਾਂ ਦੀ ਫੋਟੋ ਨਹੀਂ ਲਾਉਣੀ। ਇੱਕ ਪਾਸੇ BR ਅੰਬੇਦਕਰ, ਇੱਕ ਪਾਸੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਨੇ ਕੀ ਗੁਨਾਹ ਕੀਤਾ ਬਈ? ਅੰਨ ਦਾ ਅਪਮਾਨ ਕਰਕੇ ਉੱਥੇ ਸਹੁੰ ਖਾ ਕੇ ਆਉਂਦਾ ਕੱਲਾ ਬੰਦਾ, ਉਹਦਾ ਗੁੱਟ ਫੜ ਲਿਆ ਤੇ ਉਹ ਆਰਾਮ ਨਾਲ ਐ ਕਰਕੇ ਖੜ ਗਏ ਭਗਵੰਤ ਮਾਨ ਸਾਹਿਬ, ਜਿਵੇਂ ਪਿੱਛੋਂ ਯਾਰ ਰਿਮੋਟ ਕੰਟਰੋਲ ਨਾਲ ਚੱਲਦਾ ਹੁੰਦਾ ਕੰਮ। ਇਹ ਮੁੱਖ ਮੰਤਰੀ ਚੰਨੀ ਸਾਹਿਬ ਇਹਨੂੰ ਕੀ ਕਹਿੰਦੇ ਸੀ? ਇਹ ਐਲਾਨ ਮੰਤਰੀ। ਤੇ ਜਦ ਤੱਕ ਇਹਨਾਂ ਦਾ ਐਲਾਨ ਪੂਰਾ ਨਹੀਂ ਹੋ ਜਾਂਦਾ, ਕਿਉਂਕਿ ਦੇਖੋ ਆਉਂਦੇ ਹੀ ਮੁੰਡੇ ਵੱਢਣੇ ਹੁੰਦੇ ਆ ਲੱਕੜ ਦੇ, ਤੇ ਉਹ ਲੱਕੜ ਦੇ ਮੁੰਡੇ ਵੱਢਣ ਤੇ 25000 ਨੌਕਰੀਆਂ ਜਿੱਦਣ ਦੇ ਦੇਣਗੇ ਉਦਣ ਗੱਲ ਕਰਾਂਗੇ, ਉਦਣ ਆਪਾਂ ਸ਼ਾਬਾਸ਼ ਦੇਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ। ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਕੀ ਇਹ ਹੈਲਪਲਾਈਨ ਨੰਬਰ ਕਾਰਗਰ ਸਾਬਤ ਹੋਵੇਗਾ? ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ, ਕੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾਵੇਗਾ? ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ BJP ਦੇ ਆਗੂ ਜੱਸੀ ਜਸਰਾਜ ਜੀ ਜੁੜੇ ਨੇ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ। ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਆਮ ਆਦਮੀ ਦਾ। ਅੱਜ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਕੀ ਇਹ ਕਾਰਗਰ ਸਾਬਤ ਹੋਵੇਗਾ ਭ੍ਰਿਸ਼ਟਾਚਾਰ ਨੂੰ ਰੋਕਣ ਲਈ? ਪ੍ਰਮਾਤਮਾ ਕਰੇ ਜੀ ਹੋਵੇ। 9501 ਮੈਂ ਵੀ ਤੁਹਾਨੂੰ ਦੱਸ ਦਿੰਦਾ, 9501200200 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਨੰਬਰ ਜਾਰੀ ਕੀਤਾ ਹੈ ਵੀ ਜਿਹੜਾ ਕੋਈ ਭ੍ਰਿਸ਼ਟਾਚਾਰ ਕਰਦਾ ਅਫਸਰ ਉਹਨੂੰ ਉਹਦਾ ਵੀਡੀਓ ਬਣਾਓ ਤੇ ਆਡੀਓ ਬਣਾਓ ਤੇ ਸਾਨੂੰ ਇਸ ਨੰਬਰ ਤੇ ਭੇਜੋ। ਪਤਾ ਨਹੀਂ ਹੁਣ ਜਿਹੜੇ ਅਫਸਰ ਨੇ ਸ਼ਾਇਦ ਉਹਨਾਂ ਨੂੰ ਮਿਲਦਾ ਨਵੀਂ ਉਹਨਾਂ ਨੇ ਸ਼ੁਰੂ ਕਰਨੀ ਹੋਣੀ ਹੈ, ਜਿਨ੍ਹਾਂ ਤੋਂ ਉਹਨਾਂ ਨੂੰ ਡਰ ਲੱਗਦਾ ਵੀ ਕਰਪਸ਼ਨ ਕਰਨਗੇ। ਉਹਨਾਂ ਨੂੰ ਪਹਿਲਾਂ ਤਾਂ ਪਤਾ ਨਹੀਂ ਹੋਣਾ ਵੀ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਰਹੇ ਹੈ ਉਹਨਾਂ ਨੇ ਵੀ ਆਪਣੀਆਂ ਈਮੇਲ ਆਈਡੀਜ਼ ਦਿੱਤੀਆਂ ਸੀਗੀਆਂ ਤੇ ਨੰਬਰ ਦਿੱਤੇ ਹੋਏ ਸੀ। ਬਟ ਕਦੀ ਮੈਂ ਖੁਦ ਮੇਰੇ ਫਾਦਰ ਸਾਹਿਬ ਸਰਦਾਰ ਅਜਮੇਰ ਸਿੰਘ ਜੀ ਹੀ ਡਾਈਡ ਬਿਕੋਜ਼ ਆਫ ਕਰਪਟ ਆਫਿਸਰਸ ਤੇ ਮੇਰੇ ਕੋਲ ਰਿਕਾਰਡ ਪਿਆ ਕਿ ਮੈਂ ਉਹ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਵਿੱਚ ਉਹ ਅਫਸਰਾਂ ਨਾਲ ਕਿੰਨੀ ਮੁਸ਼ੱਕਤ ਨਾਲ ਜਾ ਕੇ ਇਨਸਾਫ ਲਿਆ ਉਹਨਾਂ ਦੀ ਡੈਥ ਤੋਂ ਬਾਅਦ ਵੀ। ਮੇਰੇ ਪਿਤਾ ਜੀ ਦਾ ਚੈੱਕ ਬਣਿਆ ਪਿਆ ਸੀ, ਸਾਨੂੰ ਪਤਾ ਨਹੀਂ ਸੀ ਕਿਉਂਕਿ ਕਿੱਥੇ ਕਿੱਥੇ ਚੈੱਕ ਨੇ, ਪੇਮੈਂਟਾਂ ਫਸੀਆਂ ਨੇ ਪਾਪਾ ਜੀ ਦੀਆਂ। ਤੇ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਭੋਖ ਕਰਨ ਗਿਆ ਤੇ ਇੱਕ ਅਫਸਰ ਨੇ ਜਾਲੀ ਅਕਾਊਂਟ ਬਣਾ ਕੇ ਤੇ ਮੇਰੇ ਫਾਦਰ ਸਾਹਿਬ ਦੀ ਮਿਹਨਤ ਦਾ ਚੈੱਕ ਉਹਨਾਂ ਦੀ ਡੈਥ ਤੋਂ ਬਾਅਦ ਵੀ ਕਢਾ ਕੇ ਖਾ ਲਿਆ। ਸੋ ਅਸੀਂ ਉਸ ਲੈਵਲ ਤੱਕ ਕਰਪਸ਼ਨ ਦੇਖੀ ਹੈ। ਪ੍ਰਮਾਤਮਾ ਕਰੇ ਕਿ 9501 200 200 ਕਾਰਗਰ ਸਾਬਤ ਹੋਵੇ। ਪਰ ਇਹ ਤਾਂ ਹੋਇਆ ਜੇ ਅਫਸਰ ਕੋਈ ਕਰੇ ਹੈ ਨਾ ਕਰਪਸ਼ਨ, ਪਰ ਜੇ ਆਪ ਦਾ ਹੀ ਮੁੱਖ ਮੰਤਰੀ ਕਰਪਸ਼ਨ ਕਰੇ, ਜੇ ਆਪ ਦਾ ਮੁੱਖ ਮੰਤਰੀ ਪੰਜਾਬ ਦੇ ਅਣਖੀ ਪੰਜਾਬ ਦੇ ਪੁੱਤਾਂ ਨੂੰ ਜਾਂ ਧੀਆਂ ਨੂੰ ਤਿਆਗ ਕੇ ਇੱਕ ਵੀ ਅਣਖੀ ਪੁੱਤ ਰਾਜ ਸਭਾ 'ਚ ਨਾ ਭੇਜੇ ਤੇ ਸਿਫਾਰਸ਼ੀ ਭੇਜ ਦੇਵੇ, ਉਦਯੋਗਪਤੀ ਭੇਜ ਦੇਵੇ, ਇਨਫਲੂਐਂਸ ਵਾਲੇ ਬੰਦੇ ਭੇਜ ਦੇਵੇ, ਤੇ ਪੰਜਾਬ ਦੇ ਜਿਹੜੇ ਵਲੰਟੀਅਰ ਨੇ ਇੱਥੇ ਆਮ ਆਦਮੀ ਪਾਰਟੀ ਉਹਨਾਂ ਦੀ ਪਿੱਠ 'ਚ ਛੁਰਾ ਮਾਰੇ, ਉਹਨਾਂ ਨੂੰ ਕਿਸੇ ਨੂੰ ਮੌਕਾ ਨਹੀਂ। ਜਿਹੜੇ 95 ਤੋਂ 117 ਤੱਕ ਬਾਕੀ ਬੰਦੇ ਹਾਰੇ ਵੀ ਤਾਂ ਹੈਗੇ ਆ, ਉਹਨਾਂ 'ਚੋਂ ਵੀ ਕਿਸੇ ਨੂੰ ਮੌਕਾ ਨਾ ਦੇਵੇ। ਤੇ ਰਾਘਵ ਚੱਡਾ, ਸੰਦੀਪ ਪਾਠਕ IIT ਗ੍ਰੈਜੂਏਟ, IIT ਤੋਂ ਹਮਲਾ ਦਾ ਕੇਜਰੀਵਾਲ ਸਾਹਿਬ ਵੀ ਨੇ ਨਾ, ਰਾਘਵ ਚੱਡਾ MLA ਨੇ ਦਿੱਲੀ ਤੋਂ, ਪਰ ਉੱਥੇ ਜਲ ਬੋਰਡ ਦੇ ਚੇਅਰਮੈਨ ਵੀ ਨੇ। ਫਿਰ ਉਹ ਤੋਂ ਬਾਅਦ ਹਰਭਜਨ ਸਿੰਘ ਭੱਜੀ, ਉਹ ਤੋਂ ਬਾਅਦ ਮਿੱਤਲ ਸਾਹਿਬ, ਉਹ ਤੋਂ ਬਾਅਦ ਇੱਕ ਅਰੋੜਾ ਸਾਹਿਬ। ਇਹਨਾਂ 'ਚੋਂ 5 'ਚੋਂ ਦੱਸ ਦਿਓ
ਕਦੀ ਕਿਸੇ ਨੇ ਅੰਦੋਲਨ 'ਚ ਕਿਤੇ ਲਲਕਾਰਾ ਮਾਰਿਆ ਹੋਵੇ ਤੇ ਸਰਕਾਰੀ ਦਰਬਾਰੇ ਪੰਜਾਬ ਦੇ ਹੱਕ 'ਚ ਆਵਾਜ਼ ਚੱਕੀ ਹੋਵੇ। ਪਰ ਆਮ ਆਦਮੀ ਪਾਰਟੀ ਦੇ ਆਗੂ ਸਾਫ਼ ਤੌਰ ਤੇ ਦਾਅਵਾ ਕਰਦੇ ਨੇ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਰਾਘਵ ਚੱਡਾ ਦੇ ਵੱਲੋਂ ਕੀਤੀ ਗਈ ਹੈ। ਸੰਦੀਪ ਪਾਠਕ ਨੂੰ ਲੈ ਕੇ ਵੀ ਉਹ ਕਹਿੰਦੇ ਵੀ ਗਰਾਊਂਡ ਜ਼ੀਰੋ ਤੋਂ ਉੱਠ ਕੇ ਅੱਜ ਇੰਨੇ ਵੱਡਾ ਉਹਨਾਂ ਨੇ ਬਿਜ਼ਨਸ ਕਾਇਮ ਕੀਤਾ ਕਿ ਉਹ ਪੰਜਾਬ ਦਾ ਭਲਾ ਨਹੀਂ ਕਰਨਾ। ਜਿਹੜੇ ਰਾਘਵ ਚੱਡਾ ਸਾਹਿਬ ਨੇ ਆਲਰੇਡੀ ਐਮਐਲਏ ਨੇ ਦਿੱਲੀ ਤੋਂ, ਤੇ ਸੰਦੀਪ ਪਾਠਕ ਸਾਹਿਬ ਨੇ ਜੇ ਇੱਥੇ ਆ ਕੇ ਬਲਕਿ ਜਿਹੜਾ ਕੋਈ ਪੁਰਾਣੀਆਂ ਪਾਰਟੀਆਂ, ਕਹਿੰਦੇ ਪੁਰਾਣੀਆਂ ਪਾਰਟੀਆਂ 'ਚੋਂ ਫਿਰ ਤਾਂ ਜਿਹੜੇ ਕੋਈ ਇੱਥੇ ਆਉਂਦੇ ਸੀ ਪ੍ਰਭਾਰੀ ਬਣ ਕੇ, ਸਹਿ ਪ੍ਰਭਾਰੀ ਬਣ ਕੇ, ਫਿਰ ਤਾਂ ਉਹਨਾਂ ਨੂੰ ਰਾਜ ਸਭਾ ਭੇਜ ਦਿਓ। ਪੰਜਾਬ ਦੇ ਧੀ ਪੁੱਤ ਕੋਲ ਤਾਂ ਰੁਜ਼ਗਾਰ ਬਹੁਤ ਹੈ। ਭਗਵੰਤ ਮਾਨ ਸਾਹਿਬ ਕਹਿੰਦੇ ਆ ਨਾ, ਸਭ ਤੋਂ ਪਹਿਲਾਂ EMPLOYMENT ਮੇਰਾ ਟੀਚਾ ਹੋਏਗਾ। ਉਹ ਰੁਜ਼ਗਾਰ ਪੰਜਾਬ ਦੇ ਪੁੱਤਾਂ ਨੂੰ ਕਿਉਂ ਨਹੀਂ ਦਿੱਤਾ, ਜਿਹੜੇ ਅਣਖੀ ਰੈਵੋਲੂਸ਼ਨਰੀ ਚੰਗੇ ਬੁਲਾਰੇ ਪੰਜਾਬ ਦੇ ਹਰ ਮੁੱਦੇ, ਕਿਸਾਨੀ, ਨੌਜਵਾਨੀ, ਜਿਨ੍ਹਾਂ ਨੇ ਪੀੜ ਹੰਢਾਈ ਹੈ, ਜੇ ਪੰਜਾਬ ਦੇ ਉਹ ਅਣਖੀ 5 ਪੁੱਤਾਂ ਨੂੰ ਰੁਜ਼ਗਾਰ ਲੱਗ ਜਾਂਦਾ, ਰਾਜ ਸਭਾ ਦੀ ਤਨਖਾਹ ਲੱਗ ਜਾਂਦੀ, ਤੇ ਕੀ ਪੁੰਨ ਨਾ ਖੱਟਦੇ ਸਾਡੇ ਮੁੱਖ ਮੰਤਰੀ ਸਾਹਿਬ। ਇਹ ਜਦੋਂ ਤੁਸੀਂ ਸਿਫਾਰਸ਼ੀ ਬੰਦੇ, ਉਹ ਵੀ ਦਿੱਲੀ ਤੋਂ, ਕੋਈ ਛੱਤੀਸਗੜ੍ਹ ਤੋਂ, ਉਹਨਾਂ ਨੂੰ ਮੌਕਾ ਦਿੰਦੇ ਹੋ, ਇਹ ਕਰਪਸ਼ਨ ਹੀ ਤਾਂ ਹੈ। ਸ਼ਹੀਦ ਭਗਤ ਸਿੰਘ ਜੀ ਦਾ ਦਿਨ ਹੈ ਅੱਜ, ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦਾ ਦਿਨ ਹੈ ਅੱਜ 23 ਮਾਰਚ 2020। ਇਹ ਕਹਿੰਦੇ ਬੁੱਤ ਲਾਉਣਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਕਿਉਂ ਵਿਸਾਰਤਾ ਵੀ। 23 ਮਾਰਚ ਵਾਲੇ ਦਿਨ 3 ਯੋਧਿਆਂ ਨੂੰ ਹੋਈ ਸੀ ਫਾਂਸੀ, ਤੇ 2 ਨੂੰ ਇਸ ਲਈ ਨਹੀਂ ਇਹਨਾਂ ਨੇ ਬੁੱਤ ਲਾਉਣਾ ਜਾਂ ਉਹਨਾਂ ਦੀ ਫੋਟੋ ਨਹੀਂ ਲਾਉਣੀ। ਇੱਕ ਪਾਸੇ BR ਅੰਬੇਦਕਰ, ਇੱਕ ਪਾਸੇ ਸ਼ਹੀਦ ਭਗਤ ਸਿੰਘ, ਤੇ ਰਾਜਗੁਰੂ ਸੁਖਦੇਵ ਨੇ ਕੀ ਗੁਨਾਹ ਕੀਤਾ ਬਈ। ਵਾਈ ਦਿਸ ਡਿਸਕ੍ਰਿਮੀਨੇਸ਼ਨ? ਇਹ ਭੇਦਭਾਵ ਕਿਉਂ? ਜਦੋਂ ਭੇਦਭਾਵ ਹੁੰਦਾ ਹੈ ਤੇ ਉਦੋਂ ਕਰਪਸ਼ਨ ਜਨਮ ਲੈਂਦੀ ਹੈ। ਤੇ ਕੀ ਇਹ ਕਰਪਸ਼ਨ ਨਹੀਂ? ਇਹ ਕਰਪਸ਼ਨ ਹੀ ਤਾਂ ਹੈ। ਤੁਸੀਂ ਅੱਜ ਦੇ ਦਿਨ ਕਹਿੰਦੇ ਹੋ 23 ਮਾਰਚ ਨੂੰ ਕਰੂੰਗਾ, 23 ਮਾਰਚ ਨੂੰ ਜਾ ਕੇ ਤੁਸੀਂ ਉੱਥੇ ਹੁਸੈਨੀ ਵਾਲਾ ਖਟਕੜ ਕਲਾ ਮੱਥਾ ਟੇਕ ਕੇ ਕਹਿੰਦੇ ਹੋ ਜੀ ਆਹ ਨੰਬਰ ਤੇ ਕਰੋ। ਪਰ ਜਿਹੜੀ ਕਰਪਸ਼ਨ ਮੁੱਖ ਮੰਤਰੀ ਸਾਹਿਬ ਤੁਹਾਡੇ ਹੱਥੋਂ ਇਨਡਾਇਰੈਕਟਲੀ ਹੋ ਰਹੀ ਹੈ, ਸ਼ਾਇਦ ਪਤਾ ਨਹੀਂ ਨਾ, ਲੱਗਦਾ ਨਹੀਂ ਨਾ ਜੀ, ਦੂਜੇ ਦੇ ਲੱਗਦਾ ਵੀ ਉਹ ਕਰਪਸ਼ਨ ਕਰ ਰਿਹਾ। ਜਦੋਂ ਤੁਸੀਂ ਸਿਫਾਰਸ਼ੀਆਂ ਵੇਲੇ ਬੋਲੇ ਹੀ ਨਹੀਂ, ਰਾਘਵ ਚੱਡੇ ਦੇ ਕਾਗਜ਼ ਦਾਖਲ ਕਰਾਉਣ ਵੇਲੇ ਰਾਜ ਸਭਾ ਦੇ, ਇੱਕ ਹਿੰਦੂ ਜੈਂਟਲਮੈਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਜਿਹੜੇ ਭਗਤ ਸਿੰਘ ਦੀ ਪੱਗ ਬੰਨ੍ਹਦੇ ਆ, ਇੱਕ ਹਿੰਦੂ ਜੈਂਟਲਮੈਨ ਦਿੱਲੀ ਦਾ ਐ ਹੱਥ ਫੜ ਕੇ ਭਗਵੰਤ ਮਾਨ ਜੀ ਦਾ ਖਿੱਚ ਕੇ ਪਾਸੇ ਕਰ ਦਿੰਦਾ। ਉਹ ਤਾਂ ਕਹਿੰਦੇ ਕੇਜਰੀਵਾਲ ਆਉਣ ਵਾਲੇ ਸਮੇਂ 'ਚ ਪ੍ਰੈਜ਼ੀਡੈਂਟ ਬਣਨਗੇ ਜਾਂ ਪ੍ਰਧਾਨ ਮੰਤਰੀ ਬਣਨਗੇ, ਹਰਿਆਣਾ ਵਿੱਚ ਅਸੀਂ ਜਿੱਤਾਂਗੇ। ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਉਹ ਬੰਦਾ ਜਿਹਨੇ ਹੱਥ ਫੜਿਆ ਭਗਵੰਤ ਮਾਨ ਦਾ, ਉਹ ਬਣੂਗਾ। ਨਹੀਂ, ਮੈਂ ਉਹਦੀ ਗੱਲ ਕਰਦਾ ਜੀ। ਜਦੋਂ ਰਾਘਵ ਚੱਡਾ ਰਾਜ ਸਭਾ ਦੇ ਕਾਗਜ਼ ਭਰ ਰਿਹਾ ਸੀ, ਇੱਕ ਹਿੰਦੂ ਜੈਂਟਲਮੈਨ ਦਿੱਲੀ ਦਾ ਭਗਵੰਤ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਦਾ, ਹੱਥ ਫੜ ਕੇ ਪਾਸੇ ਕਰ ਦਿੰਦਾ ਵੀ ਹੱਥ ਪਾਸੇ ਕਰ ਲਓ ਕਾਗਜ਼ ਤੋਂ। ਮੈਡਮ ਸਿਕਿਉਰਿਟੀ ਰੀਜ਼ਨ ਨਹੀਂ ਹੈ ਇਹ। ਇੱਕ ਬੰਦਾ ਮੁੱਖ ਮੰਤਰੀ ਦੇ ਗੁੱਟ ਨੂੰ ਹੱਥ ਪਾ ਲਿਆ, ਉਹ ਵੀ ਦਿੱਲੀ ਵਾਲੇ ਨੇ, ਉਹ ਵੀ ਜਿਹੜਾ ਭਗਤ ਸਿੰਘ ਜੀ ਦੀ ਪੱਗ ਬੰਨ੍ਹਦਾ ਰਿਹਾ, ਤੇ ਭਗਤ ਸਿੰਘ ਜੀ ਨੂੰ ਉਹ ਆਪਣਾ ਆਈਡਲ ਮੰਨਦਾ, ਜਿਹੜਾ 100 ਕਿੱਲਿਆਂ ਦੀ ਕਣਕ ਕਟਾ ਕੇ ਅੰਨ ਦਾ ਅਪਮਾਨ ਕਰਕੇ ਉੱਥੇ ਸਹੁੰ ਖਾ ਕੇ ਆਉਂਦਾ ਕੱਲਾ ਬੰਦਾ, ਉਹਦਾ ਗੁੱਟ ਫੜ ਲਿਆ ਤੇ ਉਹ ਆਰਾਮ ਨਾਲ ਐਂ ਕਰਕੇ ਖੜ ਗਏ ਭਗਵੰਤ ਮਾਨ ਸਾਹਿਬ, ਜਿਵੇਂ ਪਿੱਛੋਂ ਯਾਰ ਰਿਮੋਟ ਕੰਟਰੋਲ ਨਾਲ ਚੱਲਦਾ ਹੁੰਦਾ ਕੰਮ। ਮੈਂ ਜਾਂ ਤੇ ਇਹਨਾਂ ਦੀ ਪੱਗ ਬੰਨਣੀ ਛੱਡ ਦਿਓ। ਦੇਖੋ ਇਹਨਾਂ ਦਾ ਭਾਰ ਬਹੁਤ ਹੈ, ਮੈਂ ਤੇ ਅੱਜ ਬੰਨੀ ਹੈ, ਮੈਂ ਤੇ ਸਿੰਬੋਲਿਕ ਤੌਰ ਤੇ ਮੈਂ ਨਹੀਂ ਬੰਨ ਸਕਦਾ ਜੀ, ਬਹੁਤ ਭਾਰ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਾਂ ਤੇ ਇਹ ਵਰਤਣੀ ਛੱਡ ਦਿਓ ਯਾਰ, ਸ਼ਹੀਦਾਂ ਨੂੰ ਬਖਸ਼ ਦਿਓ। ਫਿਰ ਜੇ ਤੁਸੀਂ ਹੋਰਾਂ ਵਾਂਗੂ ਹੀ ਸਭ ਕੁਝ ਕਰਨਾ ਤੇ ਫਿਰ ਤੁਸੀਂ ਬਦਲਾਅ ਕਿੱਥੇ ਲਿਆ ਰਹੇ ਹੋ? ਯਾਨੀ ਕਿ ਤੁਹਾਡੇ ਮੁਤਾਬਿਕ ਭਗਵੰਤ ਮਾਨ ਨੂੰ ਇੱਕ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ, ਪੰਜਾਬ ਦੀ ਕਮਾਨ ਅਸਿੱਧੇ ਤੌਰ ਤੇ ਕੇਜਰੀਵਾਲ ਦੇ ਹੱਥਾਂ ਵਿੱਚ। ਇਹ ਕਿਹਨੂੰ ਨਹੀਂ ਦਿਖ ਰਹੀ? ਅੱਜ ਪੰਜਾਬ ਦੀਆਂ ਸੱਥਾਂ 'ਚ ਗੱਲ ਹੋ ਰਹੀ ਹੈ, ਪਿੰਡਾਂ 'ਚ। ਭਗਵੰਤ ਮਾਨ ਸਾਹਿਬ ਆਪਣੇ ਭਾਸ਼ਣ ਬਹੁਤ ਵਧੀਆ ਬੁਲਾ ਰਹੇ ਨੇ, ਕਹਿੰਦੇ ਹੁੰਦੇ ਸੀ ਪੰਜਾਬ ਦੀ ਜਿਹੜੀ ਅਸਲੀ ਪਾਰਲੀਮੈਂਟ ਹੈ ਉਹ ਪਿੰਡਾਂ ਦੀ ਸੱਥ ਹੈ। ਅੱਜ ਪਿੰਡਾਂ ਦੀ ਸੱਥ 'ਚ ਗੱਲ ਹੋ ਰਹੀ ਹੈ ਕਿ ਸਾਡਾ ਪੁੱਤ ਜੀ 'ਤੇ ਭਰੋਸਾ ਕਰਕੇ ਅਸੀਂ ਵੋਟਾਂ ਪਾ ਬੈਠੇ ਤੇ 92 ਸੀਟਾਂ ਦਾ ਕਲੀਅਰ ਮੈਂਡੇਟ ਦਿੱਤਾ, ਬਹੁਮਤ ਦਿੱਤਾ, ਸਾਡਾ ਪੁੱਤ ਤਾਂ ਅੱਜ ਬੋਲਿਆ ਹੀ ਨਹੀਂ। ਓਏ ਸਾਨੂੰ ਹੁਣ ਪਾਠਕੋਰੀ ਚਲਾਉਣਗੇ, ਸਾਨੂੰ ਆਹ ਚਲਾਊਗਾ ਚੱਡਾ। ਸਾਡੇ ਇੱਥੇ ਸਿੰਘ ਸੂਰਮੇ, ਜਿਹੜੇ ਗੁਰਸਿੱਖ ਲੋਕ, ਜਿਹੜੇ ਧਰਮ ਦੇ ਪੱਕੇ ਲੋਕ, ਜਿਹੜੇ ਇੱਥੇ ਵਸਣ ਵਾਲੇ ਕ੍ਰਾਂਤੀਕਾਰੀ ਖੂਨ ਵਾਲੇ ਲੋਕ, ਹਰ ਧਰਮ ਦੇ ਲੋਕ, ਉਹਨਾਂ ਵਿੱਚੋਂ 5 ਕਿਉਂ ਨਹੀਂ ਦਿੱਤੇ? ਔਰ ਮੈਡਮ ਉਦਯੋਗਪਤੀ, ਕੈਨ ਯੂ ਐਵਰ ਇਮੇਜਿਨ ਕਿ ਇੱਕ ਉਦਯੋਗਪਤੀ ਜਿਹਦਾ ਬਿਜ਼ਨਸ ਸਟੇਕ ਤੇ ਹੋਵੇ ਤੇ ਉਹ ਸਰਕਾਰੀ ਦਰਬਾਰੇ ਪੰਗਾ ਲੈ ਲਵੇ ਜਾਂ ਉੱਥੇ ਜਾ ਕੇ ਇਨਕਲਾਬ ਕਰ ਦੇਵੇ, ਜ਼ਿੰਦਾਬਾਦ ਕਰ ਦੇਵੇ। ਉਦਯੋਗਪਤੀ ਆਪਣਾ ਬਿਜ਼ਨਸ ਪਹਿਲਾਂ ਦੇਖੂਗਾ। ਜਿਹੜਾ ਬਿਜ਼ੀ ਹੈ ਮਿਸਟਰ ਮਿੱਤਲ, ਹੀ ਇਜ਼ ਅ ਡੈਮ ਬਿਜ਼ੀ ਗਾਏ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਨਾ ਪੰਜਾਬ ਦੀ, ਪ੍ਰਾਈਵੇਟ ਯੂਨੀਵਰਸਿਟੀ ਹੈ, ਸਰਕਾਰੀ ਨਹੀਂ ਹੈ। ਤੇ ਉਹ ਮਿੱਤਲ ਸਾਹਿਬ ਕਦੀ ਇਨਕਲਾਬ ਜ਼ਿੰਦਾਬਾਦ ਕਰ ਦੇਣਗੇ?
ਪਰ ਉਹ ਆਮ ਆਦਮੀ ਪਾਰਟੀ ਦੇ तमाम ਆਗੂ ਦਾਵਾ ਕਰਦੇ ਨੇ, ਕਹਿੰਦੇ ਜਿਹੜੇ ਪਿਛਲੀਆਂ ਸਰਕਾਰਾਂ ਨੇ ਰਾਜ ਸਭਾ ਦੇ ਵਿੱਚ ਚੁਣ ਕੇ ਭੇਜੋ ਤਾਂ ਹਾਰੇ ਹੋਇਆਂ ਨੂੰ ਚੁਣ ਕੇ ਭੇਜਿਆ, ਜਿਨ੍ਹਾਂ ਨੇ ਇੱਕ ਲਫ਼ਜ਼ ਵੀ ਨਹੀਂ ਬੋਲਿਆ, ਤੇ ਅਸੀਂ ਤਾਂ ਫਿਰ ਵੀ ਉਹਨਾਂ ਨੂੰ ਭੇਜਿਆ ਜਿਨ੍ਹਾਂ ਨੇ ਮਿਹਨਤ ਦੇ ਬਲਬੂਤੇ ਤੇ ਮੁਹਾਰਤ ਹਾਸਲ ਕੀਤੀ ਹੈ। ਜਦੋਂ ਉਹਨਾਂ ਦੀਆਂ ਸਰਕਾਰਾਂ ਬਣੀਆਂ ਸੀ ਨਾ ਜੀ, ਉਹ ਜਿਹੜੇ ਹਾਰ ਵੀ ਗਏ ਸੀ ਨਾ, ਉਹਨਾਂ ਨੇ ਸਰਕਾਰਾਂ ਤਾਂ ਬਣਵਾਈਆਂ ਸੀ ਤੇ ਹੈ ਤਾਂ ਪੰਜਾਬ ਦੇ ਸੀ। ਇੱਥੇ ਤਾਂ ਪੰਜਾਬ ਦਾ ਹੀ ਹੈ ਨਹੀਂ, ਉਹ ਪੰਜਾਬ ਦੇ ਤਾਂ ਪੁੱਤ ਸੀ ਨਾ। ਉਹਨਾਂ ਨੇ ਆਪਣੀ ਸਰਕਾਰ ਬਣਾਉਣ ਲਈ ਜੋ ਸਾਂਭ-ਦਾਮ ਦੰਡ-ਭੇਦ ਕੀਤਾ ਹੋਊਗਾ, ਤੇ ਇਹਨਾਂ ਨੇ ਕਿਹੜਾ ਨਹੀਂ ਕੀਤਾ, ਇਹਨਾਂ ਤੇ ਕਿਹੜਾ ਨਹੀਂ ਇਲਜ਼ਾਮ ਲੱਗੇ ਵੀ ਇਹਨਾਂ ਨੇ ਟਿਕਟਾਂ ਵੇਚੀਆਂ ਪੰਜਾਬ 'ਚ। ਉਹ ਕਰਪਸ਼ਨ ਨਹੀਂ ਗਿਣੀ ਜਾਂਦੀ। ਇਹ ਤਾਂ ਮੋਹਾਲੀ ਤੋਂ ਅਰਬਾਂ ਦੀ ਪ੍ਰਾਪਰਟੀ ਦਾ ਮਾਲਕ, ਉਹਨੂੰ ਕੈਂਡੀਡੇਟ ਦਿੱਤਾ, ਜਿਵੇਂ MLA ਹੈ, ਤੇ ਉੱਥੇ ਕੀ ਅਣਖੀ ਪੁੱਤ ਕੋਈ ਹੈ ਨਹੀਂ ਸੀ ਹੋਰ। ਵਾਏ ਤੁਸੀਂ ਅੱਜ ਰੱਜਿਆ ਹੋਇਆਂ ਨੂੰ, ਮੇਰਾ ਦੇਖੋ ਮੇਨ ਸਵਾਲ ਹੈ, ਸਾਡੇ ਸ਼ਹੀਦ, ਇਹਨਾਂ ਨੇ ਮੈਮ ਰੇਮੰਡ ਦੇ ਕੋਟ ਪਾ ਕੇ ਲੜਾਈ ਲੜੀ ਹੋਊਗੀ, ਇਹਨਾਂ ਨੇ ਗਰੀਬੀ ਗੁਰਬਤ ਪਤਾ ਨਹੀਂ ਕਿੱਥੋਂ ਭੱਜ, ਕਿੰਨੇ ਦਿਨ ਪਾਣੀ ਨਹਾਉਣ ਨੂੰ ਨਹੀਂ ਮਿਲਦਾ ਹੋਣਾ, ਕਈ ਵਾਰੀ ਪਤਾ ਲੱਗਦਾ ਛਾਪਾ ਪੈ ਗਿਆ, ਭੂਆ ਦੇ ਘਰੇ ਵੀ ਪੈ ਗਿਆ, ਉਹ ਉੱਧਰ ਆਪਣੇ ਇੱਕ ਪਿੰਡ ਨਾ ਜਾਈ। ਕਿੱਦਾਂ ਇਹਨਾਂ ਨੇ ਜ਼ਿੰਦਗੀ ਕੱਟੀ ਹੋਣੀ ਆ ਜੀ। ਉਹ ਬੰਦਿਆਂ ਨੇ ਜਿਨ੍ਹਾਂ ਨੇ ਭੁੱਖਣ ਭਾਣੇ ਵੀ ਤਸ਼ੱਦਦ ਸਹਿ ਕੇ ਆਪਣਾ ਟੀਚਾ ਨਹੀਂ ਛੱਡਿਆ। ਇਹ ਤਾਂ ਰੱਜੇ ਹੋਏ ਨੇ ਅੱਜ ਮੁੱਖ ਮੰਤਰੀ ਸਾਹਿਬ। ਇੰਨਾ ਗੱਡੀਆਂ ਦਾ ਕਾਫਲਾ ਚੱਲਦਾ, ਤੁਸੀਂ ਕਹਿੰਦੇ ਹੋ 1000 ਰੁਪਇਆ ਹਰ ਔਰਤ ਨੂੰ ਦੇਣਾ, ਤੇ 1000 ਰੁਪਇਆ ਅਗਰ ਹਰ ਔਰਤ ਨੂੰ ਦੇਣਾ ਮੁੱਖ ਮੰਤਰੀ ਸਾਹਿਬ, ਕਿਉਂਕਿ ਤੁਸੀਂ ਭਗਤ ਸਿੰਘ ਜੀ ਦੀ ਪੱਗ ਬੰਨ੍ਹਦੇ ਹੋ ਔਰ ਬਹੁਤ ਆਈਡਲ ਮੰਨਦੇ ਹੋ। ਜੇ ਸ਼ਹੀਦ ਭਗਤ ਸਿੰਘ ਹੁੰਦੇ ਤੇ ਪਹਿਲਾਂ ਆਪਣਾ ਕੌਲ ਪੁਗਾਉਂਦੇ, ਉਹ ਪਹਿਲਾਂ ਔਰਤਾਂ ਨੂੰ 1000 ਰੁਪਇਆ ਜਾਂਦਾ, ਨਹੀਂ ਤਾਂ ਉਹ ਕਹਿੰਦਾ ਨਾ ਤੇ ਮੈਂ ਆਪਣੀ ਤਨਖਾਹ ਲਵਾਂ, ਜਿੰਨੇ ਮੇਰੇ ਨਾਲ ਪੁਲਿਸ ਵਾਲੇ ਚੱਲਦੇ ਆ, ਜਿੰਨਾ ਉਹਨਾਂ ਦੀਆਂ ਗੱਡੀਆਂ 'ਚ ਤੇਲ ਪੈਂਦਾ, ਸਭ ਦੀ ਤਨਖਾਹ ਮੈਂ ਦਊਂਗਾ। ਜਦ ਤੱਕ ਮੇਰੇ ਲੋਕ ਭੁੱਖੇ ਮਰਦੇ ਆ, ਉਹ ਔਰਤਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਵੋਟ ਪਾਈ ਹੈ, ਨਾ ਮੇਰਾ MLA ਤਨਖਾਹ ਲਊਗਾ। ਜਿਹੜੇ MLA ਨਾਲ ਗਨਮੈਨ ਚੱਲਣਗੇ, ਉਹਨਾਂ ਦੀ ਤਨਖਾਹ ਵੀ ਅਸੀਂ ਪੱਲਿਓਂ ਦੇਣਗੇ MLA, ਤੇ ਜਿਹੜੀਆਂ ਗੱਡੀਆਂ ਚੱਲਣਗੀਆਂ ਉਹਨਾਂ 'ਚ ਤੇਲ ਵੀ ਅਸੀਂ ਪੱਲਿਓਂ ਪਵਾ ਕੇ ਦੇਵਾਂਗੇ। ਘੱਟੋ ਘੱਟ ਅਸੀਂ ਔਰਤਾਂ ਨੂੰ ਜਿਨ੍ਹਾਂ ਨੂੰ 1000 ਰੁਪਇਆ ਦੇਣਾ, ਅਸੀਂ ਆਪਣੀ ਜ਼ਮੀਨ ਵੇਚ ਕੇ ਵੀ ਦੇਵਾਂਗੇ। ਅਸੀਂ ਜਿਹੜੇ ਪਾਪੀਆਂ ਨੇ ਪਹਿਲਾਂ ਲੁੱਟਿਆ, ਉਹਨਾਂ ਕਰਪਟ ਲੋਕਾਂ ਤੋਂ ਖੋਹ ਲਓ ਫਿਰ ਜ਼ਮੀਨ। ਪਰ ਉਹਨਾਂ ਨੇ ਦਾਵਾ ਕੀਤਾ ਸੀ, ਕਹਿੰਦੇ ਮੇਰਾ ਹਰਾ ਪੈਨ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਚੱਲੇਗਾ। ਸਭ ਤੋਂ ਪਹਿਲਾਂ ਉਹਨਾਂ ਨੇ 25000 ਨੌਕਰੀਆਂ ਦਾ ਨੋਟੀਫਿਕੇਸ਼ਨ ਦਾ ਐਲਾਨ ਕੀਤਾ। ਹਾਂ, ਹਰਾ ਪੈਨ ਉਹਨਾਂ ਦਾ ਬੇਰੁਜ਼ਗਾਰਾਂ ਲਈ ਚੱਲਿਆ, ਐਲਾਨ ਕੀਤਾ ਹੈ ਨਾ ਜੀ। ਇਹ ਮੁੱਖ ਮੰਤਰੀ ਚੰਨੀ ਸਾਹਿਬ ਇਹਨੂੰ ਕੀ ਕਹਿੰਦੇ ਸੀ, ਇਹ ਐਲਾਨ ਮੰਤਰੀ। ਤੇ ਜਦ ਤੱਕ ਇਹਨਾਂ ਦਾ ਐਲਾਨ ਪੂਰਾ ਨਹੀਂ ਹੋ ਜਾਂਦਾ, ਕਿਉਂਕਿ ਦੇਖੋ ਆਉਂਦੇ ਹੀ ਮੁੰਡੇ ਵੱਢਣੇ ਹੁੰਦੇ ਆ ਲੱਕੜ ਦੇ, ਤੇ ਉਹ ਲੱਕੜ ਦੇ ਮੁੰਡੇ ਵੰਡ ਤੇ 25000 ਨੌਕਰੀਆਂ ਜਿੱਦਣ ਦੇ ਦੇਣਗੇ ਉਦਣ ਗੱਲ ਕਰਾਂਗੇ, ਉਦਣ ਆਪਾਂ ਸ਼ਾਬਾਸ਼ ਦੇਵਾਂਗੇ। ਹੁਣ 35-36 ਦਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਰਾਜ ਸਭਾ ਦਾ ਰੌਲਾ ਪੈ ਗਿਆ, ਪੰਜਾਬੀ ਵਿਦਰੋਹ ਕਰ ਰਹੇ ਹੈ, ਤੇ ਉਦੋਂ ਇਹਨਾਂ ਨੇ ਕੀ ਕੀਤਾ, ਚੱਕ, ਅਗਲਾ ਕਹਿੰਦਾ ਕੀ ਹਾਲਾਤ ਨੇ, ਪੱਤਾ ਸਿੱਟ। ਅਗਲਾ ਪੱਤਾ ਕੀ ਹੈ, 35-36 ਨੌਕਰੀ ਕਹਿੰਦੇ ਜੀ ਹੋਰ ਪੱਕੇ ਕਰਾਂਗੇ। ਉਹ ਚੰਨੀ ਸਾਹਿਬ ਪਹਿਲਾਂ ਸਾਈਨ ਕਰਕੇ ਗਏ ਹੋਏ ਆ, ਉਹਨਾਂ ਕੋਲ ਟਾਈਮ ਨਹੀਂ ਬਚਿਆ। ਤੇ ਹੁਣ ਇਹ ਕੀ ਕਹਿੰਦੇ ਆ, ਉਹ ਨਰਮੇ ਦੀ ਸੁੰਡੀ ਜਿਹੜੇ ਖਾ ਗਈ ਫਸਲਾਂ ਨੂੰ, ਉਹਦੇ ਪੈਸੇ ਵੀ ਚੰਨੀ ਸਾਹਿਬ ਫਰਵਰੀ 'ਚ ਸਾਈਨ ਕਰਕੇ ਗਏ ਹੋਏ ਆ। ਨਾਮ ਭਗਵੰਤ ਜੀ ਦੇਖੋ, ਮੈਂ ਸੁੰਡੀ ਦੇ ਪੈਸੇ ਵੀ ਦੇ ਦਿੱਤੇ, ਆਹ ਨੌਕਰੀਆਂ ਵੀ ਚੰਨੀ ਸਾਹਿਬ ਕਰਕੇ ਗਿਆ, ਜਿਵੇਂ ਐ ਕਰਤਾ। ਉਹ ਬਈ ਤੁਸੀਂ ਕੀ ਕੀਤਾ, ਹਾਲ ਤੱਕ ਤਾਂ ਐਲਾਨ ਨੇ ਸਿਰਫ। ਜਿੱਦਣ ਤੁਸੀਂ ਕਰੋਗੇ ਤੁਹਾਡਾ ਕੋਈ, ਅਸੀਂ ਤੁਹਾਨੂੰ ਸ਼ਾਬਾਸ਼ ਵੀ ਦੇਵਾਂਗੇ। ਅਸੀਂ ਕੋਈ ਤੁਹਾਡੇ ਕੰਮ 'ਚ ਨਹੀਂ ਉਹ ਕਰਨਾ ਏ, ਅਸੀਂ ਜਿੱਥੇ ਚੰਗਾ ਹੋਊਗਾ ਚੰਗਾ ਕਵਾਂਗੇ। ਪਰ ਜਿੱਥੇ ਤੁਸੀਂ 100 ਕਿੱਲੇ ਦੀ ਕਣਕ ਵੱਢੋਗੇ ਤੇ ਅੰਨ ਦਾ ਅਪਮਾਨ ਕਰੋਗੇ, ਉੱਥੇ ਬਾਈ ਜੀ ਬੋਲਣਾ ਬਣਦਾ ਸੀ। ਅਸੀਂ ਫਿਰ ਵੀ ਚੁੱਪ ਰਹਿ ਗਏ। ਮੁਆਵਜ਼ਾ ਵੀ ਤਾਂ ਦਿੱਤਾ ਵੱਡੀ ਕਣਕ ਦਾ ਮੈਮ, ਪਰ ਉਹ ਜਿਹੜੇ ਛਿੱਟੇ ਸੀ ਮੈਡਮ, ਉਹ ਵੱਢਣੇ ਕਿਉਂ ਸੀ? ਮੁਆਵਜ਼ਾ ਪੱਲਿਓਂ ਦਿੱਤਾ ਹੈ, ਜਾਂ ਤਾਂ ਕੋਈ ਸਤੌਜ ਵਾਲੇ 15 ਕਿੱਲੇ ਵੇਚਤੇ ਉਹਨੇ, ਜਾਂ ਆਪਣਾ ਕੋਈ ਹੋਰ ਸਬਵੇ ਜਿਹੜਾ ਅਮਰੀਕਾ ਚੱਲਦਾ ਹੋਊਗਾ ਉੱਥੋਂ ਦੀ ਕੋਈ ਰੈਸਟੋਰੈਂਟ ਜਾਂ ਹੋਟਲ ਵੇਚਤਾ, ਜਾਂ ਆਪਣਾ ਘਰ ਵੇਚਤਾ ਉੱਥੋਂ, ਤਾਂ ਮੈਂ ਉੱਥੇ ਖਟਖੜ ਕਲਾਂ ਸਹੁੰ ਖਾਊਂਗਾ। ਜੇ ਬਾਕੀ ਵੀ ਉਹ ਕੰਮ ਕਰਦੇ ਸੀ, ਤੂੰ ਲੋਕਾਂ ਦਾ ਪੈਸਾ ਕਿਉਂ ਵਰਤਿਆ ਵੀ ਹੈ? ਜੇ ਤੁਸੀਂ ਦੇਖੋ, ਜੇ ਤਾਂ ਚਾਹੁੰਦੇ ਹੋ ਵੀ ਅਸੀਂ ਕਹੀਏ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ, ਪਰ ਕਦੀ ਕਦੀ ਇਹ ਮੈਡਮ ਇਹ ਬਨਾਵਟੀ ਲੈਂਗੁਏਜ, ਇਹ ਕ੍ਰਾਂਤੀਕਾਰੀਆਂ ਦੇ, ਜੇ ਉਹ ਭਗਤ ਸਿੰਘ ਜੀ ਨੂੰ ਪੱਗ ਬੰਨ੍ਹ ਕੇ ਮੰਨਦੇ ਆ, ਮੈਂ ਪੱਗ ਤਾਂ ਨਹੀਂ ਉਹਨਾਂ ਦੀ ਬੰਨ੍ਹ ਸਕਦਾ ਰੋਜ਼, ਪਰ ਮੈਨੂੰ ਸਾਡੇ ਖੂਨ 'ਚ ਚੱਲਦਾ। ਜਿਹੜਾ ਕੋਈ ਇਹਨਾਂ ਨੂੰ ਵਰਤ ਕੇ ਚੀਟ ਕਰਨ ਆਊਗਾ, ਉਹਦੇ ਲਈ ਤਾਂ ਫਿਰ ਅਸੀਂ ਐਂ ਖੜਾਂਗੇ ਵੀ ਕਾਕਾ ਐ ਨਹੀਂ। ਮੈਡਮ ਉਰੇ ਵਾਈਸ ਰੋਏ ਕਿੰਨੇ ਆਏ, ਮੈਂ ਮੌਤ ਮੂਤ ਦਾ ਡਰ ਨਹੀਂ ਹੈ, ਇੱਕ ਵਾਰੀ ਆਉਣੀ ਹੈ, ਅਣਖੀ ਆਊਗੀ। ਪਰ ਜਿਹੜਾ ਕੋਈ ਚੀਟ ਕਰੂਗਾ, ਸਪੈਸ਼ਲ ਦੇਖੋ, ਜੇ ਮੈਂ ਚੋਰਾਂ ਦੀ ਗਲੀ 'ਚ ਚੱਲਿਆ, ਮੈਨੂੰ ਪਤਾ ਹੋਣਾ ਚਾਹੀਦਾ ਮੈਂ ਲੁੱਟਿਆ ਜਾਊਂ। ਪਰ ਜੇ ਮੈਂ ਸਾਧੂਆਂ ਦੀ ਗਲੀ 'ਚ ਚੱਲਿਆ, ਜੇ ਮੈਂ ਉੱਥੇ ਲੁੱਟਿਆ ਜਾਊਂ, ਤਾਂ ਮੈਂ ਉਹ ਸਾਧੂ ਦੀ ਲੂੰਗੀ ਲਾ ਲੂੰ। ਫਿਰ ਉਹ ਆਹ ਨਹੀਂ ਚੱਲੂਗਾ। ਜੇ ਚੋਰਾਂ ਦੀ ਗਲੀ 'ਚ ਗਏ ਆ ਤਾਂ ਪਤਾ, ਬੰਦਾ ਕਹਿੰਦਾ ਤੂੰ ਗਿਆ ਕਿਉਂ ਉੱਥੇ, ਤੈਨੂੰ ਨਹੀਂ ਸੀ ਪਤਾ। ਪਰ ਜਿੱਥੇ ਕੋਈ ਸ਼ਹੀਦਾਂ ਦੀਆਂ ਪੱਗਾਂ ਬੰਨ੍ਹ ਕੇ ਸਾਨੂੰ ਮੂਰਖ ਬਣਾਉਣ ਚੱਲੂਗਾ, ਤੇ ਉਹਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲੂਗਾ, ਤੇ ਉਹ ਬੰਦਾ ਪੰਜਾਬ ਦੇ ਹੱਕਾਂ ਲਈ ਨਾ ਖੜ ਕੇ ਦਿੱਲੀ ਦੇ ਹੱਕਾਂ ਲਈ ਖੜੂਗਾ। ਤੇ
ਅੱਜ ਜੇ SYL ਦਾ ਮੁੱਦਾ ਹੋਵੇ, ਅੱਜ ਜੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ, ਕੋਈ ਹੋਰ ਜਿਹੜੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ, ਹੁਣ ਚੰਡੀਗੜ੍ਹ ਦਾ ਮੁੱਦਾ ਹੋਵੇ, ਜੇ ਜਿਹੜਾ ਦਿੱਲੀ ਪਾਣੀ ਵਰਤ ਰਹੀ ਹੈ ਸਾਡਾ, ਇਹਦੇ ਪੈਸੇ ਲੈ ਕੇ ਦਊਗਾ ਭਗਵੰਤ ਮਾਨ? ਇਹ ਪਾਣੀਆਂ ਦੇ ਮੁੱਦੇ ਤੇ ਵੀ ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰਦੇ ਨੇ, ਕਹਿੰਦੇ ਵੀ ਦਿੱਲੀ ਦੇ ਵਿੱਚ ਵੀ ਹੁਣ ਸਾਡੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਹੁਣ ਤਾਂ ਰੌਲਾ ਹੀ ਖਤਮ ਹੋ ਜਾਣਾ ਤੇ ਪਾਣੀ ਦੀ ਬੂੰਦ ਅਸੀਂ ਬਾਹਰ ਨਹੀਂ ਜਾਣ ਦਿੰਦੇ। ਬੁੱਧਰਾਮ ਹੋਰੀ ਸਪੈਸ਼ਲ ਤੌਰ ਤੇ ਉਹਨਾਂ ਨੇ ਬਿਆਨ ਦਿੱਤਾ। ਬਾਹਰ ਕਿੱਥੇ ਨਹੀਂ ਜਾਣ ਦਿੰਦੇ, ਵਰਤੀ ਤਾਂ ਤੁਸੀਂ ਜਾ ਰਹੇ ਹੋ। ਹੁਣ ਤੁਸੀਂ ਕਹੋ ਵੀ ਸਾਡੀ ਇੱਥੇ ਪੰਜਾਬ 'ਚ ਵੀ ਸਰਕਾਰ ਹੈ, ਸਾਡੀ ਦਿੱਲੀ 'ਚ ਵੀ ਸਰਕਾਰ ਹੈ, ਹੁਣ ਨਹੀਂ ਫਿਕਰ ਕਰਨਾ ਪੰਜਾਬੀਓ। ਬੁੱਧਰਾਮ ਜੀ ਨੂੰ ਕਹੋ ਥੋੜੀ ਬੁੱਧੀ ਵਰਤੋ, ਕਹੋ ਹੁਣ ਉੱਥੋਂ ਦਿੱਲੀ ਤੋਂ ਪੈਸੇ ਲੈ ਕੇ ਦਿਓ ਆਪਣੇ ਮੁੱਖ ਮੰਤਰੀ ਸਾਹਿਬ ਨੂੰ, ਕਹਿ ਕੇ ਵੀ ਜਿੰਨੇ ਅੱਜ ਤੱਕ ਪਾਣੀ ਵਰਤਿਆ ਉਹ ਪੈਸਾ ਅਸੀਂ ਦਿੰਨੇ ਆ ਤੁਹਾਨੂੰ। ਤਾਂ ਜਾ ਕੇ ਮੈਡਮ ਜੇ ਦਿੱਲੀ ਤੋਂ ਮੰਗ ਕੇ ਲਿਆਉਣਗੇ ਮੁੱਖ ਮੰਤਰੀ ਸਾਹਿਬ ਪੈਸੇ, ਤਾਂ ਹਜ਼ਾਰ ਰੁਪਇਆ ਔਰਤਾਂ ਨੂੰ ਦੇ ਆਉਣਾ। ਤੇ ਜੇ ਨਹੀਂ ਦਿੰਦੇ ਤਾਂ ਜੇ ਔਰਤਾਂ ਨੂੰ ਵੀ ਚੀਟ ਕਰ ਗਏ ਤੇ ਮੈਡਮ ਉਹ ਤੋਂ ਵੱਡਾ ਫਿਰ ਮੈਂ ਤਾਂ ਮੰਨਦਾ ਨਹੀਂ ਵੀ ਇਹ ਤੋਂ ਵੱਡਾ ਗੁਨਾਹ ਕੋਈ ਹੋ ਸਕਦਾ। ਵੀ ਬਾਕੀਆਂ ਨੂੰ ਤਾਂ ਤੁਸੀਂ ਕਹਿੰਦੇ ਹੋ ਉਹ ਮਾੜੇ, ਉਹ ਵੀ ਮਾੜਾ, ਆ ਵੀ ਮਾੜਾ, ਮੈਂ ਚੰਗਾ। ਦੇਖੋ ਇਸकी ਰਿਨ ਕੀ ਸਫੇਦੀ ਫਲਾਣਾ ਆ ਮਾਰਦ ਸ਼ੁਕ, ਮੇਰੀ ਕਮੀਜ਼ ਚਿੱਟੀ ਹੈ ਜ਼ਿਆਦਾ। ਜੇ ਤੁਹਾਡੀ ਚਿੱਟੀ ਹੈ ਤਾਂ ਫਿਰ 5 ਸਿਫਾਰਸ਼ੀ ਕਿਉਂ? ਜੇ ਤੁਹਾਡੀ ਕਮੀਜ਼ ਸਾਡੇ ਨਾਲੋਂ ਜ਼ਿਆਦਾ ਚਿੱਟੀ ਹੈ ਤਾਂ ਬਾਈ ਫਿਰ ਦਿੱਲੀ ਤੋਂ ਪੈਸੇ ਲੈ ਕੇ ਦਿਓ ਸਾਨੂੰ ਪਾਣੀ। ਜੇ ਤੁਹਾਡੀ ਕਮੀਜ਼ ਚਿੱਟੀ ਹੈ ਤਾਂ ਬਾਈ ਜੀ ਇੱਥੇ ਭ੍ਰਿਸ਼ਟਾਚਾਰ ਹੋਣਾ ਨਹੀਂ ਚਾਹੀਦਾ। ਜੇ ਤੁਹਾਡੀ ਕਮੀਜ਼ ਚਿੱਟੀ ਹੈ ਤਾਂ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਦੀ ਪੱਗ ਅਗਰ ਬੰਨਣੀ ਹੈ ਤਾਂ ਫਿਰ ਆਪਣੀ ਜ਼ਿੰਮੇਵਾਰੀ ਲਓ। ਜ਼ਿੰਮੇਵਾਰੀ ਤੁਹਾਡੇ 'ਚ ਸਾਨੂੰ ਬਲ ਦਿਖਣਾ ਚਾਹੀਦਾ ਹੈ। ਸਾਨੂੰ ਐ ਨਹੀਂ ਕਿ ਨਾਚ ਮੇਰੀ बुलबुल के CM की कुर्सी बराबर तुम्हारी वो रहेगी, तुम्हारे पास सिक्योर रहेगी। ਐ ਨਹੀਂ ਚੱਲੂਗਾ। ਡੁਗਡੁਗੀ ਉੱਥੋਂ ਨਾ ਵੱਜੇ। ਫਿਰ ਜੇ ਪੰਜਾਬ ਦਾ ਪੋਤਾ ਭਗਵੰਤ ਬਾਈ ਤਾਂ ਇੱਥੇ ਪੰਜਾਬ ਦੇ ਹਿੱਤ 'ਚ ਪੰਜਾਬ ਦੇ ਫੈਸਲੇ ਲੈ। ਆ ਤੇਰਾ ਪਹਿਲਾ ਫੈਸਲਾ ਹੀ ਇਹਨੇ ਸਾਡੇ ਅੰਦਰੋਂ ਸੱਤੀ ਕੱਪੜੀ ਅੱਗ ਲਾਤੀ। ਨਹੀਂ ਤਾਂ ਮੈਂ ਮੈਡਮ ਇਹਨੇ ਕਣਕ ਵੱਡੀ, ਮੈਨੂੰ ਦੁੱਖ ਬੜਾ ਲੱਗਿਆ ਸੀ। ਮੈਂ ਯਾਰ ਇਹ ਕੀ ਨਾਟਕ ਹੈ, ਨਾ ਕਰ ਵੀਰ, ਹੈ ਨਾ, ਚੁੱਪ ਕਰ। ਮੈਂ ਨਹੀਂ ਬੋਲਣਾ ਨਹੀਂ ਯਾਰ, ਕਰ ਲੈਣ ਦੇ ਕੰਮ। ਪਰ ਮੈਮ ਇੱਕ ਤੋਂ ਵੱਧ ਕੇ ਇੱਕ ਜੇ ਹੁਣ ਨਹੀਂ ਗੁਨਾਹ ਕਰਾਂਗੇ ਮੈਡਮ, ਜਦੋਂ ਬੱਚਾ ਨਾ ਕੋਈ, ਮੈਂ ਪਿੰਡਾਂ 'ਚੋਂ ਆਇਆ, ਛੋਟੇ ਬੱਚੇ ਨਾ ਕਈ ਵਾਰੀ ਕੋਈ ਬੀੜੀ ਪਈ ਹੁੰਦੀ ਸੀ ਪਿੰਡ 'ਚ, ਉਹ ਕਹਿੰਦਾ ਬੀੜੀ ਪਈ ਆ, ਉਹਨਾਂ ਨੇ ਬੀੜੀਆਂ ਦੇ ਟੁਕੜੇ ਇਕੱਠੇ ਕਰ ਲੈਣੇ ਤੇ ਉਹਨਾਂ ਨੇ ਮੋਟਰ ਤੇ ਜਾ ਕੇ ਨਾ ਜਿਹੜੀਆਂ ਥੋੜ੍ਹੀਆਂ ਬੀੜੀਆਂ ਉਹਨੇ ਕਹਿਣਾ ਫੂਕ ਫੂਕ। ਮੈਡਮ ਉੱਥੋਂ ਬੰਦੇ ਨੂੰ ਲੱਤ ਸ਼ੁਰੂ ਹੁੰਦੀ ਆ। ਤੇ ਜੇ ਉਦੋਂ ਮਾਂ ਬਾਪ ਨਾ ਡੱਕੇ ਨਾ, ਉਹ ਫਿਰ ਕਦੋਂ ਭੰਗ ਵਾਲੇ ਸੂਟੇ 'ਚ ਬਦਲ ਜਾਂਦੀ ਹੈ, ਕਦੋਂ ਚਿੱਟੇ 'ਚ ਬਦਲ ਜਾਂਦੀ ਹੈ, ਤੇ ਕਦੋਂ ਉਹ ਬੱਚਾ ਵਿਚਾਰਾ ਆਪਣੇ ਜੋਗਾ ਵੀ ਨਹੀਂ ਰਹਿੰਦਾ ਤੇ ਮਾਂ ਬਾਪ ਜੋਗਾ ਵੀ ਨਹੀਂ ਰਹਿੰਦਾ। ਤਾਂ ਸਾਥੀਓ ਇਹ ਉਸੇ ਸਮਝ ਲਓ ਇਹ ਪਹਿਲੀ ਬੀੜੀ ਚੱਕੀ ਇਹਨਾਂ ਨੇ। ਜੇ ਇਹ ਬੀੜੀ ਜਲਈਲੇ, ਜੇ ਇਹਨਾਂ ਨੇ ਇਹ ਕਰਪਸ਼ਨ ਦੀ ਬੀੜੀ ਹੁਣ ਸੁਲਗਾ ਲਈ ਤਾਂ ਯਾਦ ਰੱਖ ਲਿਓ ਫਰਕ ਕੋਈ ਨਹੀਂ ਰਹਿਣਾ। ਲੁੱਟੇ ਆਪਾਂ ਗਏ ਸੀ, ਲੁੱਟੇ ਆਪਾਂ ਜਾ ਰਹੇ ਹੈ ਤੇ ਲੁੱਟੇ ਹੀ ਆਪਾਂ ਜਾਵਾਂਗੇ। 23 ਮਾਰਚ 2020 ਐਂਟੀ ਕਰਪਸ਼ਨ ਨੰਬਰ ਯਾਦ ਰੱਖਿਓ 9501 2020 220 220। ਸੋ ਚੇਤੇ ਰੱਖਿਓ। ਅੱਜ 23 ਮਾਰਚ 2022 ਨੂੰ ਜੱਸੀ ਜਸਰਾਜ ਬੇਨਤੀ ਕਰਦਾ ਕਿ ਅਗਰ ਸੱਚਮੁੱਚ ਵਾਰਸ ਹੋ ਸ਼ਹੀਦਾਂ ਦੇ, ਤੁਹਾਡੇ ਖੂਨ ਖੋਲਦਾ ਬਈ, ਤਾਂ ਅੱਜ ਡੱਕ ਲਿਓ। ਅੱਜ 91 ਦੇ 91, ਕਿਉਂਕਿ 92 ਵਾਲਾ ਤਾਂ ਤੁਹਾਡੇ ਤੋਂ ਘੇਰ ਨਹੀਂ ਹੋਣਾ ਕਿਉਂਕਿ ਉਹਦੇ ਕੋਲ ਸਿਕਿਉਰਿਟੀ ਬਹੁਤ ਤਕੜੀ ਹੋ ਗਈ ਹੁਣ। ਪਰ ਉਹਦੇ ਪਿੰਡ ਜਾ ਕੇ ਰੋਜ਼ ਪ੍ਰਗਟ ਕਰਿਓ। ਸਤੌਜ ਵਾਲਿਓ, ਸੰਗਰੂਰ ਵਾਲਿਓ, ਆਪਣੀ ਜ਼ਿੰਮੇਵਾਰੀ ਨਿਭਾਇਓ। ਸਾਡੀ ਕੋਈ ਦੁਸ਼ਮਣੀ ਆ ਭਗਵੰਤ ਮਾਨ ਨਾਲ ਯਾਰ। ਪੰਜਾਬ ਦੇ ਹੱਕ ਲਈ ਤਾਂ ਖੜੋ ਬਾਈ। ਇਹਨਾਂ ਨੂੰ ਘੇਰੋ, ਇਹਨਾਂ ਦੇ ਪਿੰਡ ਦੇ ਬਾਹਰ, ਇਹਨਾਂ ਦੇ ਜਿੱਥੇ ਇਹਨਾਂ ਦਾ ਘਰ ਹੈ ਉੱਥੇ ਜਾ ਕੇ ਗੱਲ ਕਰੋ ਕਿ 5 ਬੰਦੇ ਬਾਹਰੋਂ ਕਿਉਂ ਦਿੱਤੇ। ਕਿਉਂਕਿ ਇਹ ਮੀਡੀਆ ਨੂੰ ਗੋਲੀਆਂ ਦੇ ਦਿੰਦੇ ਆ, ਕਿਉਂਕਿ ਰਾਘਵ ਚੱਡੇ ਨੇ ਅੱਗੇ ਮਿਨਿਸਟਰੀਆਂ ਦੇਣੀਆਂ ਨੇ, ਚੇਅਰਮੈਨੀਆਂ ਨੇ ਦੇਣੀਆਂ, ਤੇ ਰਾਘਵ ਚੱਡੇ ਨਾਲ ਵਿਗਾੜ ਨਹੀਂ ਸਕਦਾ ਤੁਹਾਡਾ ਵਿਧਾਇਕ। ਸੰਦੀਪ ਪਾਠਕ ਨਾਲ ਤੁਹਾਡਾ ਵਿਧਾਇਕ ਵਿਗਾੜ ਨਹੀਂ ਸਕਦਾ। ਸੋ ਭਾਈ ਇਹ ਉਹਨਾਂ ਨਾਲ ਨਹੀਂ ਵਿਗਾੜ ਸਕਦੇ ਜਿਨ੍ਹਾਂ ਨੇ ਇਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਨੇ। ਪਰ ਤੁਹਾਡਾ ਤਾਂ ਸਭ ਕੁਝ ਵਿਗੜ ਜਾਏਗਾ ਅਗਰ ਇਹ ਲੋਕ ਅੱਜ ਵਿਗੜ ਗਏ। ਸੋ ਆਹੀ ਅਰਦਾਸ ਹੈ 23 ਮਾਰਚ 2022 ਇਹਨੂੰ ਇਤਿਹਾਸਿਕ ਦਿਨਾਂ ਨੂੰ। ਬਾਈ ਜੀ ਜਿਹੜਾ ਬੰਦਾ ਤੁਹਾਨੂੰ ਅੱਜ ਇਹ ਦਿਨ ਦੇ ਨੰਬਰ ਦੇ ਰਿਹਾ ਹੈ ਐਂਟੀ ਕਰਪਸ਼ਨ, ਜਿਹੜੀ ਕਰਪਸ਼ਨ ਤੁਹਾਡੇ ਨਾਲ ਆਲਰੇਡੀ ਉਹਦੇ ਜ਼ਰੀਏ ਕੇਜਰੀਵਾਲ ਦੀ ਟੀਮ ਨੇ ਕੀਤੀ ਹੈ, ਉਹਦਾ ਜਵਾਬ ਜ਼ਰੂਰ ਮੰਗ ਲਿਓ। ਜੀ ਬਹੁਤ ਬਹੁਤ ਸ਼ੁਕਰੀਆ। ਇਨਕਲਾਬ ਜ਼ਿੰਦਾਬਾਦ। ਤਾਂ ਇਹ ਸਨ ਜੱਸੀ ਜਸਰਾਜ ਜੀ, ਜਿਨ੍ਹਾਂ ਨੇ ਸਾਫ਼ ਤੌਰ ਤੇ ਪੰਜਾਬੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਜਿਹੜਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ, ਇਸ ਬਾਬਤ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਜਾਣ। ਕੈਮਰਾਮੈਨ ਕਿਸ਼ਨ ਦੇ ਨਾਲ ਖਰੜ ਤੋਂ ਨਵਦੀਪ